ਸਤਿ ਸ਼੍ਰੀ ਅਕਾਲ ਜੀ। ਅੱਜ ਆਪਣਾ ਟੌਪਿਕ ਹੈ ਜੀ ਜਲ ਸਾਧਨ ਅਤੇ ਸਿੰਜਾਈ ਯੋਜਨਾਵਾਂ, ਜੋ ਕਿ ਮਾਸਟਰ ਕੈਡਰ, ਲੈਕਚਰਰ ਕੈਡਰ ਤੇ ਪੰਜਾਬ ਲੈਵਲ ਦੇ ਹੋਰ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਯੂਜ਼ਫੁਲ ਹੈ। ਪਲੀਜ਼ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਨਾ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਉਂ ਨਹੀਂ ਵਧੀਆ ਲੱਗੀ। ਹਾਂਜੀ, ਪਹਿਲਾ ਪੁਆਇੰਟ ਹੈਗਾ ਜੀ, ਦੇਸ਼ ਦੇ ਦਰਿਆਵਾਂ ਰਾਹੀਂ ਵਗਣ ਵਾਲੇ ਪਾਣੀ ਦੀ ਮਾਤਰਾ ਕਿੰਨੀ ਹੈ? ਤਾਂ ਦੇਸ਼ ਦੇ ਦਰਿਆਵਾਂ ਦੇ ਰਾਹੀਂ ਵਗਣ ਵਾਲੇ ਪਾਣੀ ਦੀ ਮਾਤਰਾ ਹੈਗੀ ਜੀ 17 ਲੱਖ ਮਿਲੀਅਨ ਘਨ ਮੀਟਰ। ਅਗਲਾ ਪੁਆਇੰਟ ਜੀ, ਅੰਦਰੂਨੀ ਜਲ ਨਿਕਾਸ ਪ੍ਰਣਾਲੀ ਕਿਸ ਨੂੰ ਕਹਿੰਦੇ ਹਨ? ਦੇਸ਼ ਦੀਆਂ ਜਿਹੜੀਆਂ ਨਦੀਆਂ ਸਮੁੰਦਰ ਤੱਕ ਪਹੁੰਚਣ ਦੀ ਬਜਾਏ ਰਸਤੇ ਵਿੱਚ ਹੀ ਖੁਸ਼ਕ ਜ਼ਮੀਨ ਜਾਂ ਝੀਲ ਵਿੱਚ ਸਮਾਪਤ ਹੋ ਜਾਂਦੀਆਂ ਹਨ, ਉਹਨਾਂ ਨੂੰ ਅੰਦਰੂਨੀ ਜਲ ਨਿਕਾਸ ਪ੍ਰਣਾਲੀ ਕਿਹਾ ਜਾਂਦਾ ਹੈ। ਹਾਂਜੀ, ਜਿਹੜੀਆਂ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚ ਪਾਉਂਦੀਆਂ, ਰਸਤੇ ਵਿੱਚ ਹੀ ਸਮਾਪਤ ਹੋ ਜਾਂਦੀਆਂ ਹਨ, ਉਹਨਾਂ ਨੂੰ ਅੰਦਰੂਨੀ ਜਲ ਨਿਕਾਸ ਪ੍ਰਣਾਲੀ ਕਹਿੰਦੇ ਹਨ। ਅਗਲਾ ਪੁਆਇੰਟ ਜੀ, ਘੱਗਰ ਦਰਿਆ ਦਾ ਮਾਰਗ ਕੀ ਹੈ? ਤਾਂ ਘੱਗਰ ਦਰਿਆ ਜੀ ਮੋਰਨੀ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਦੱਖਣ ਅਤੇ ਦੱਖਣ ਪੱਛਮ ਹੁੰਦਾ ਹੋਇਆ ਰਾਜਸਥਾਨ ਦੇ ਹਨੂਮਾਨਗੜ੍ਹ ਨਗਰ ਤੱਕ ਪਹੁੰਚਦਾ ਹੈ। ਹਾਂਜੀ, ਘੱਗਰ ਦਰਿਆ ਦਾ ਮਾਰਗ ਕੀ ਹੈ ਜੀ? ਮੋਰਨੀ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਰਾਜਸਥਾਨ ਦੇ ਹਨੂਮਾਨਗੜ੍ਹ ਨਗਰ ਤੱਕ ਪਹੁੰਚਦਾ ਹੈ। ਅਗਲਾ ਪੁਆਇੰਟ ਜੀ, ਦੇਸ਼ ਦੇ ਜਲ ਸਾਧਨਾਂ ਦੀ ਸਹੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਤਾਂ ਦੇਸ਼ ਦੇ ਜਲ ਸਾਧਨਾਂ ਦੀ ਵਰਤੋਂ ਲਈ ਜੀ ਹੜ੍ਹ ਗ੍ਰਸਤ ਅਤੇ ਖੁਸ਼ਕ ਪ੍ਰਦੇਸ਼ਾਂ ਦੀਆਂ ਸਮੱਸਿਆਵਾਂ ਅਤੇ ਸਿੰਜਾਈ ਤੇ ਬਹੁਮੁਖੀ ਸਾਧਨਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ। ਅਗਲਾ ਪੁਆਇੰਟ ਹੈਗਾ ਜੀ, ਆਜ਼ਾਦ ਭਾਰਤ ਦੀ ਪਹਿਲੀ ਬਹੁਮੁਖੀ ਨਦੀ ਘਾਟੀ ਯੋਜਨਾ ਕਿਹੜੀ ਸੀ? ਵੈਰੀ ਇੰਪੋਰਟੈਂਟ ਸੀ, ਉਹ ਹੈਗੀ ਸੀ ਦਮੋਦਰ ਨਦੀ ਘਾਟੀ ਯੋਜਨਾ। ਅਗਲਾ ਪੁਆਇੰਟ ਜੀ, ਬਹੁਮੁਖੀ ਨਦੀ ਘਾਟੀ ਯੋਜਨਾ ਨੂੰ ਆਧੁਨਿਕ ਭਾਰਤ ਦੇ ਮੰਦਿਰ ਕਿਉਂ ਆਖਿਆ ਜਾਂਦਾ ਹੈ? ਬਹੁਮੁਖੀ ਨਦੀ ਘਾਟੀ ਯੋਜਨਾਵਾਂ ਦੇ ਮਹੱਤਵ ਨੂੰ ਦੇਖਦੇ ਹੋਏ ਇਹਨਾਂ ਨੂੰ ਆਧੁਨਿਕ ਭਾਰਤ ਦੇ ਮੰਦਿਰ ਕਿਹਾ ਜਾਂਦਾ ਹੈ। ਅਗਲਾ ਪੁਆਇੰਟ ਜੀ, ਸੰਸਾਰ ਦਾ ਸਭ ਤੋਂ ਉੱਚਾ ਗੁਰਤਵੀ ਬੰਨ੍ਹ ਕਿਹੜਾ ਹੈ ਤੇ ਕਿਹੜੀ ਨਦੀ ਉੱਤੇ ਬਣਾਇਆ ਗਿਆ ਹੈ? ਤਾਂ ਸਭ ਤੋਂ ਉੱਚਾ ਗੁਰਤਵੀ ਬੰਨ੍ਹ ਹੈਗਾ ਜੀ ਭਾਖੜਾ ਬੰਨ੍ਹ, ਜਿਹੜਾ ਕਿ ਸਤਲੁਜ ਨਦੀ ਤੇ ਬਣਾਇਆ ਗਿਆ ਹੈ। ਇੱਥੇ ਆਪਣੇ ਦੋ ਪੁਆਇੰਟ ਕਲੀਅਰ ਹੁੰਦੇ ਨੇ ਜੀ, ਤੇ ਇੱਕ ਉੱਚਾ ਗੁਰਤਵੀ ਬੰਨ੍ਹ ਕਿਹੜਾ ਹੈ ਤੇ ਕਿਹੜੀ ਨਦੀ ਉੱਤੇ ਬਣਾਇਆ ਗਿਆ ਹੈ। ਅਗਲਾ ਪੁਆਇੰਟ ਜੀ, ਉਸ ਪਣ ਬਿਜਲੀ ਯੋਜਨਾ ਦਾ ਨਾਮ ਦੱਸੋ ਜਿਹੜੀ ਕਿ ਯੋਗ ਜਲ ਪ੍ਰਾਪਤ ਉੱਤੇ ਕਾਇਮ ਕੀਤੀ ਗਈ ਹੈ। ਤਾਂ ਉਹ ਹੈਗੀ ਹੈ ਜੀ ਸ਼ਰਾਵਤੀ ਯੋਜਨਾ। ਹਾਂਜੀ, ਅਗਲਾ ਪੁਆਇੰਟ, ਸੰਸਾਰ ਦੀ ਸਭ ਤੋਂ ਲੰਮੀ ਨਹਿਰ ਕਿਹੜੀ ਹੈ? ਤਾਂ ਉਹ ਹੈਗੀ ਹੈ ਜੀ ਪੱਛਮੀ ਰਾਜਸਥਾਨ ਨਹਿਰ। ਹਾਂਜੀ, ਸੰਸਾਰ ਦੀ ਸਭ ਤੋਂ ਲੰਮੀ ਨਹਿਰ ਕਿਹੜੀ ਆ? ਪੱਛਮੀ ਰਾਜਸਥਾਨ ਨਹਿਰ। ਅਗਲਾ ਪੁਆਇੰਟ ਜੀ, ਭਾਰਤ ਦੀ ਉਸ ਨਦੀ ਘਾਟੀ ਯੋਜਨਾ ਦਾ ਨਾਮ ਦੱਸੋ ਜਿਹੜੀ ਨੇਪਾਲ ਦੇ ਸਹਿਯੋਗ ਨਾਲ ਪੂਰੀ ਕੀਤੀ ਗਈ ਸੀ। ਵੈਰੀ ਇੰਪੋਰਟੈਂਟ ਜੀ, ਉਹ ਹੈਗੀ ਸੀ ਜੀ ਕੋਸੀ ਨਦੀ ਘਾਟੀ ਯੋਜਨਾ, ਜਿਹੜੀ ਕਿ ਨੇਪਾਲ ਦੇ ਸਹਿਯੋਗ ਨਾਲ ਪੂਰੀ ਕੀਤੀ ਗਈ ਸੀ। ਅਗਲਾ ਪੁਆਇੰਟ ਜੀ, ਕੋਸੀ ਨਦੀ ਘਾਟੀ ਯੋਜਨਾ ਕਿਹੜੇ ਰਾਜ ਵਿੱਚ ਹੈ? ਤਾਂ ਕੋਸੀ ਨਦੀ ਘਾਟੀ ਯੋਜਨਾ ਹੈਗੀ ਜੀ ਉਹ ਬਿਹਾਰ ਦੇ ਵਿੱਚ ਹੈ। ਅਗਲਾ ਪੁਆਇੰਟ ਜੀ, ਭਾਰਤ ਸਰਕਾਰ ਨੇ ਰਾਸ਼ਟਰੀ ਹੜ੍ਹ ਆਯੋਗ ਦੀ ਸਥਾਪਨਾ ਕਦੋਂ ਕੀਤੀ ਸੀ? ਵੈਰੀ ਇੰਪੋਰਟੈਂਟ ਜੀ, ਤਾਂ ਭਾਰਤ ਸਰਕਾਰ ਨੇ ਜੀ ਰਾਸ਼ਟਰੀ ਹੜ੍ਹ ਆਯੋਗ ਦੀ ਸਥਾਪਨਾ 1954 ਦੇ ਵਿੱਚ ਕੀਤੀ ਸੀ। ਅਗਲਾ ਪੁਆਇੰਟ ਜੀ, ਭਾਰਤ ਦੇ ਕਿਹੜੇ ਦਰਿਆਵਾਂ ਨੂੰ ਧਾਰਮਿਕ ਮਾਨਤਾ ਮਿਲੀ ਹੋਈ ਹੈ? ਤੇ ਉਹ ਹੈਗੇ ਜੀ ਗੰਗਾ, ਜਮੁਨਾ ਤੇ ਸਰਸਵਤੀ, ਜਿਨ੍ਹਾਂ ਨੂੰ ਕਿ ਧਾਰਮਿਕ ਮਾਨਤਾ ਪ੍ਰਾਪਤ ਹੋਈ ਹੈ। ਅਗਲਾ ਪੁਆਇੰਟ ਜੀ, ਅਰਾਵਲੀ ਦੇ ਪੱਛਮ ਵੱਲ ਕਿਹੜੀਆਂ ਨਦੀਆਂ ਵਹਿੰਦੀਆਂ ਹਨ? ਤਾਂ ਅਰਾਵਲੀ ਦੇ ਪੱਛਮ ਵੱਲ ਜੀ ਝੂਨੀ, ਸੁਕਰੀ, ਜਵਈ, ਬੌਂਦੀ ਤੇ ਮਿੱਤਰੀ ਜਿਹੜੀ ਨਦੀਆਂ ਵਹਿੰਦੀਆਂ ਹਨ। ਅਗਲਾ ਪੁਆਇੰਟ ਜੀ, ਭਾਰਤ ਦਾ ਪਹਿਲਾ ਜਲ ਬਿਜਲੀ ਕੇਂਦਰ ਕਿਹੜਾ ਸੀ? ਤਾਂ ਭਾਰਤ ਦਾ ਪਹਿਲਾ ਜਲ ਬਿਜਲੀ ਕੇਂਦਰ ਜਿਹੜਾ 1902 ਈਸਵੀ ਵਿੱਚ ਬਣਾਇਆ ਗਿਆ ਸੀ। ਪਹਿਲਾਂ ਤਾਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਜਲ ਬਿਜਲੀ ਕੇਂਦਰ ਜਿਹੜਾ ਪਹਿਲਾ ਸੀਗਾ ਉਹ ਕਦੋਂ ਬਣਾਇਆ ਗਿਆ ਸੀ? ਤਾਂ 1902 ਦੇ ਵਿੱਚ ਬਣਾਇਆ ਗਿਆ ਸੀ। ਤੇ ਉਹਦਾ ਨਾਮ ਕੀ ਸੀ ਜੀ? ਉਹ ਹੈਗਾ ਸੀ ਸ਼ਿਵ ਸੁੰਦਰਮ। ਤੇ ਕਿਹੜੇ ਰਾਜ ਵਿੱਚ ਬਣਾਇਆ ਗਿਆ ਸੀ? ਤਾਂ ਉਹ ਕਰਨਾਟਕ ਰਾਜ ਵਿੱਚ ਬਣਾਇਆ ਗਿਆ ਸੀ। ਅਗਲਾ ਪੁਆਇੰਟ ਜੀ, ਦੇਸ਼ ਦੇ ਕਿਹੜੇ ਦੋ ਦਰਿਆ ਦੁੱਖਾਂ ਦੇ ਘਰ ਮੰਨੇ ਗਏ ਹਨ? ਵੈਰੀ ਇੰਪੋਰਟੈਂਟ ਜੀ, ਉਹ ਹੈਗਾ ਕੋਸੀ ਤੇ ਦਮੋਦਰ ਦਰਿਆ, ਜਿਹੜੇ ਕਿ ਦੁੱਖਾਂ ਦੇ ਘਰ ਮੰਨੇ ਗਏ ਹਨ। ਅਗਲਾ ਪੁਆਇੰਟ ਸੀ, ਦੇਸ਼ ਦੇ ਮੁੱਖ ਜਲ ਵਿਭਾਜਕ ਕਿਹੜੇ ਹਨ? ਦੇਸ਼ ਦੇ ਮੁੱਖ ਜਲ ਵਿਭਾਜਕ ਹੈ ਜੀ ਇੱਕ ਤਾਂ ਹਿਮਾਲਿਆ ਪਰਬਤ ਸ਼੍ਰੇਣੀ ਤੇ ਦੱਖਣ ਦਾ ਪ੍ਰਾਇਦੀਪੀ ਪਠਾਰ।
ਤੁੰਗਭਦਰਾ ਤੇ ਚੰਬਲ ਯੋਜਨਾਵਾਂ ਦੀ ਵਰਤੋਂ ਕਰਨ ਵਾਲੇ ਰਾਜਾਂ ਦੇ ਨਾਮ ਦੱਸੋ। ਤੁੰਗਭਦਰਾ ਯੋਜਨਾ ਦਾ ਪ੍ਰਯੋਗ ਕਰਦਾ ਜੀ ਆਂਧਰਾ ਪ੍ਰਦੇਸ਼ ਤੇ ਕਰਨਾਟਕ, ਤੇ ਚੰਬਲ ਯੋਜਨਾ ਦਾ ਪ੍ਰਯੋਗ ਕਰਦਾ ਜੀ ਮੱਧ ਪ੍ਰਦੇਸ਼ ਤੇ ਰਾਜਸਥਾਨ। ਅਗਲਾ ਜੀ ਵੈਰੀ ਇੰਪੋਰਟੈਂਟ ਹੈ ਜੀ, ਹੀਰਾਕੁੰਡ ਡੈਮ ਦਾ ਆਕਾਰ ਕੀ ਹੈ। ਤਾਂ ਹੀਰਾਕੁੰਡ ਡੈਮ ਦਾ ਆਕਾਰ ਜੀ, ਲੰਬਾਈ ਹੈਗੀ ਉਹਦੀ 4800 ਮੀਟਰ ਤੇ ਉਚਾਈ ਹੈਗੀ ਜੀ 61 ਮੀਟਰ। ਅਗਲਾ ਪੁਆਇੰਟ ਜੀ, ਦੇਸ਼ ਵਿੱਚ ਤਲਾਬਾਂ ਦੀ ਵਧੇਰੇ ਸੰਖਿਆ ਕਿੱਥੇ ਮਿਲਦੀ ਹੈ। ਤਾਂ ਦੇਸ਼ ਵਿੱਚ ਜੀ ਤਲਾਬਾਂ ਦੀ ਵਧੇਰੇ ਸੰਖਿਆ ਜਿਹੜੀ ਹੈਗੀ ਦੱਖਣੀ ਪਠਾਰ ਦੇ ਵਿੱਚ ਮਿਲਦੀ ਹੈ। ਅੱਗੇ ਜੀ ਵੈਰੀ ਇੰਪੋਰਟੈਂਟ ਜੀ, ਬੰਗਾਲ ਦਾ ਸੋਕ ਕਿਹੜੀ ਨਦੀ ਨੂੰ ਕਿਹਾ ਜਾਂਦਾ ਹੈ। ਤਾਂ ਉਹ ਕਿਹਾ ਜਾਂਦਾ ਜੀ ਦਮੋਦਰ ਨਦੀ ਨੂੰ। ਅਗਲਾ ਪੁਆਇੰਟ ਜੀ, ਗੋਬਿੰਦ ਵੱਲਭ ਪੰਤ ਸਾਗਰ ਝੀਲ ਕਿਹੜੀ ਨਦੀ ਘਾਟੀ ਪਰਿਯੋਜਨਾ ਦਾ ਭਾਗ ਹੈ। ਤਾਂ ਉਹ ਹੈਗਾ ਜੀ ਰਿਹੰਦ ਪਰਿਯੋਜਨਾ। ਹਾਂਜੀ, ਕਿਹਦਾ ਭਾਗ ਹੈ ਜੀ ਇਹ, ਰਿਹੰਦ ਪਰਿਯੋਜਨਾ ਦਾ ਭਾਗ ਹੈ। ਅਗਲਾ ਪੁਆਇੰਟ ਜੀ, ਭਾਰਤ ਦੀ ਸਭ ਤੋਂ ਵੱਡੀ ਮਨੁੱਖ ਵੱਲੋਂ ਉਸਾਰੀ ਗਈ ਝੀਲ ਕਿਹੜੀ ਨਦੀ ਘਾਟੀ ਯੋਜਨਾ ਵਿੱਚ ਹੈ। ਤਾਂ ਮਨੁੱਖ ਵੱਲੋਂ ਸਭ ਤੋਂ ਵੱਡੀ ਉਸਾਰੀ ਗਈ ਝੀਲ ਜਿਹੜੀ ਹੈਗੀ ਉਹ ਹੈਗੀ ਜੀ ਰਿਹੰਦ ਯੋਜਨਾ ਦਾ ਭਾਗ ਹੈ। ਅਗਲਾ ਪੁਆਇੰਟ ਜੀ, ਸੰਸਾਰ ਦਾ ਸਭ ਤੋਂ ਲੰਮਾ ਬੰਨ ਕਿਹੜਾ ਹੈ। ਉਹ ਹੈਗਾ ਜੀ ਹੀਰਾਕੁੰਡ ਬੰਨ। ਅਗਲਾ ਪੁਆਇੰਟ, ਹੀਰਾਕੁੰਡ ਬੰਨ ਕਿਹੜੀ ਨਦੀ ਉੱਤੇ ਬਣਾਇਆ ਗਿਆ ਹੈ। ਤੇ ਇਹ ਹੀਰਾਕੁੰਡ ਬੰਨ ਹੈ ਜਿਹੜੀ ਜੀ ਮਹਾਨਦੀ ਦੇ ਵਿੱਚ ਮਹਾਨਦੀ ਉੱਤੇ ਬਣਾਇਆ ਗਿਆ, ਜਿਹੜੇ ਕਿ ਉੜੀਸਾ ਦੇ ਵਿੱਚ ਹੈ। ਇੱਥੇ ਵੀ ਆਪਣੇ 2 ਪੁਆਇੰਟ ਕਲੀਅਰ ਹੁੰਦੇ ਹਨ, ਮਹਾਨਦੀ ਕਿੱਥੇ ਉੜੀਸਾ ਦੇ ਵਿੱਚ ਹੈ, ਤੇ ਇਹਦੇ ਉੱਤੇ ਕਿਹੜਾ ਬੰਨ ਬਣਾਇਆ ਗਿਆ, ਉਹ ਬਣਾਇਆ ਗਿਆ ਹੀਰਾਕੁੰਡ ਬੰਨ। ਅਗਲਾ ਪੁਆਇੰਟ ਜੀ, ਭਾਰਤ ਨੇ ਚੁਖਾ ਪਨ ਬਿਜਲੀ ਯੋਜਨਾ ਕਿਹੜੇ ਦੇਸ਼ ਵਿੱਚ ਬਣਾਈ ਹੈ। ਤਾਂ ਉਹ ਭਾਰਤ ਨੇ ਚੁਖਾ ਪਨ ਬਿਜਲੀ ਯੋਜਨਾ ਹੈਗੀ ਜਿਹੜੀ ਉਹ ਭੂਟਾਨ ਦੇ ਵਿੱਚ ਬਣਾਈ ਹੈ। ਕਿਹੜੀਆਂ 2 ਪ੍ਰਾਇਦੀਪੀ ਨਦੀਆਂ ਰਿਫਟ ਵਿੱਚ ਵਹਿੰਦੀਆਂ ਹਨ। ਤਾਂ ਉਹ ਹੈਗੀਆਂ ਜੀ ਨਰਮਦਾ ਤੇ ਤਾਪਤੀ ਨਦੀ। ਦੱਖਣ ਭਾਰਤ ਵਿੱਚ ਸਿੰਜਾਈ ਦਾ ਮੁੱਖ ਸਾਧਨ ਕੀ ਹੈ। ਤੇ ਦੱਖਣ ਭਾਰਤ ਵਿੱਚ ਜਿਹੜੀ ਸਿੰਜਾਈ ਕੀਤੀ ਜਾਂਦੀ ਹੈ ਜੀ ਉਹ ਤਲਾਬ ਰਾਹੀਂ ਕੀਤੀ ਜਾਂਦੀ ਹੈ। ਅਗਲਾ ਪੁਆਇੰਟ ਜੀ, ਭਾਖੜਾ ਬੰਨ ਦੇ ਪਿੱਛੇ ਬਣੀ ਝੀਲ ਦਾ ਨਾਮ ਕੀ ਹੈ। ਤਾਂ ਭਾਖੜਾ ਬੰਨ ਦੇ ਜਿਹੜੀ ਪਿੱਛੇ ਝੀਲ ਬਣੀ ਹੋਈ ਉਹਦਾ ਨਾਮ ਹੈ ਜੀ ਗੋਬਿੰਦ ਸਾਗਰ। ਅਗਲਾ ਪੁਆਇੰਟ, ਕਸ਼ਮੀਰੀ ਖੇਤਰਾਂ ਵਿੱਚ ਸੰਸਾਰ ਪ੍ਰਸਿੱਧ ਝੀਲਾਂ ਕਿਹੜੀਆਂ ਹਨ। ਤਾਂ ਉਹ ਹੈਗੀ ਹੈ ਜੀ ਡਲ ਝੀਲ, ਬੁੱਲਰ ਝੀਲ, ਅਨੰਤਨਾਗ ਝੀਲ, ਸ਼ੇਸ਼ਨਾਗ ਝੀਲ ਤੇ ਵੈਰੀਨਾਗ ਝੀਲ। ਅਗਲਾ ਪੁਆਇੰਟ ਸੀ ਵੈਰੀ ਇੰਪੋਰਟੈਂਟ ਸੀ, ਪ੍ਰਾਇਦੀਪੀ ਪਠਾਰ ਵਿੱਚ ਝੀਲਾਂ ਕਿਹੜੇ ਸਥਾਨਾਂ ਤੇ ਮਿਲਦੀਆਂ ਹਨ। ਇਹ ਪਹਿਲਾਂ ਵੀ ਆ ਚੁੱਕਿਆ ਜੀ ਪੇਪਰਾਂ 'ਚ। ਲੋਨਾਰ ਝੀਲ ਜਿਹੜੀ ਹੈਗੀ ਮਹਾਰਾਸ਼ਟਰ ਦੇ ਵਿੱਚ ਆ, ਚਿਲਕਾ ਝੀਲ ਹੈ ਜਿਹੜੀ ਉੜੀਸਾ ਦੇ ਵਿੱਚ ਆ, ਪੁਲੀਕਟ ਝੀਲ ਹੈ ਉਹ ਤਾਮਿਲਨਾਡੂ ਦੇ ਵਿੱਚ ਆ, ਤੇ ਪਰੀਆਰ ਹੈਗੀ ਹੈ ਕੇਰਲਾ ਦੇ ਵਿੱਚ, ਤੇ ਕੋਲੇਰੂ ਹੈਗਾ ਜੀ ਆਂਧਰਾ ਪ੍ਰਦੇਸ਼ ਦੇ ਵਿੱਚ। ਇਹ ਜ਼ਰੂਰ ਨੋਟ ਕਰਿਓ ਵੀ ਕਿਹੜੀ ਝੀਲ ਕਿੱਥੇ ਹੈਗੀ ਆ। ਅਗਲਾ ਪੁਆਇੰਟ ਜੀ, ਸਿੰਧ ਦੀਆਂ ਸਹਾਇਕ ਨਦੀਆਂ ਕਿਹੜੀਆਂ ਹਨ। ਤਾਂ ਸਿੰਧ ਦੀਆਂ ਸਹਾਇਕ ਨਦੀਆਂ ਹੈਗੀਆਂ ਜੀ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ। ਹਾਂਜੀ, ਸਿੰਧ ਦੀਆਂ ਸਹਾਇਕ ਨਦੀਆਂ ਕਿਹੜੀਆਂ ਨੇ, ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ। ਅਗਲਾ ਪੁਆਇੰਟ ਜੀ, ਗੰਗਾ ਦੀਆਂ ਦੱਖਣੀ ਸਹਾਇਕ ਨਦੀਆਂ ਕਿਹੜੀਆਂ ਹਨ। ਤਾਂ ਗੰਗਾ ਦੀਆਂ ਦੱਖਣੀ ਸਹਾਇਕ ਨਦੀਆਂ ਹੈਗੀਆਂ ਜੀ ਜਮੁਨਾ, ਸੋਨ, ਕੇਨ, ਬੇਤਵਾ ਤੇ ਚੰਬਲ। ਕਿਹੜੀਆਂ ਨੇ ਜੀ, ਜਮੁਨਾ, ਸੋਨ, ਕੇਨ, ਬੇਤਵਾ ਤੇ ਚੰਬਲ। ਅਗਲਾ ਪੁਆਇੰਟ ਜੀ, ਗੋਬਿੰਦ ਸਾਗਰ ਝੀਲ ਦੇ ਪਾਣੀ ਦੀ ਕੀ ਮਹੱਤਤਾ ਹੈ। ਤਾਂ ਗੋਬਿੰਦ ਸਾਗਰ ਝੀਲ ਦੇ ਪਾਣੀ ਦੀ ਮਹੱਤਤਾ ਜੀ 30 ਲੱਖ ਹੈਕਟੇਅਰ ਭੂਮੀ ਦੀ ਸਿੰਜਾਈ ਕੀਤੀ ਜਾਂਦੀ ਹੈ ਇਹਦੇ ਨਾਲ। ਅਗਲਾ ਪੁਆਇੰਟ ਜੀ, ਪਨ ਬਿਜਲੀ ਜਾਂ ਜਲ ਸ਼ਕਤੀ ਤੋਂ ਕੀ ਭਾਵ ਹੈ। ਪਾਣੀ ਨੂੰ ਉਚਾਈ ਤੋਂ ਡੇ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਉਸ ਨੂੰ ਪਨ ਬਿਜਲੀ ਜਾਂ ਜਲ ਸ਼ਕਤੀ ਕਿਹਾ ਜਾਂਦਾ ਹੈ। ਅਗਲਾ ਪੁਆਇੰਟ ਜੀ, ਸ਼ਿਵ ਸੁੰਦਰਮ ਪਰਿਯੋਜਨਾ ਦਾ ਨਿਰਮਾਣ ਕਿਹੜੀ ਨਦੀ ਤੇ ਕੀਤਾ ਗਿਆ ਹੈ। ਤਾਂ ਜੀ ਇਹਦਾ ਨਿਰਮਾਣ ਕੀਤਾ ਗਿਆ ਹੈ ਕਾਵੇਰੀ ਨਦੀ ਤੇ। ਅਗਲਾ ਪੁਆਇੰਟ ਜੀ, ਭਾਰਤ ਦਾ ਕਿਹੜਾ ਰਾਜ ਪਨ ਬਿਜਲੀ ਉਤਪਾਦਨ ਨਹੀਂ ਕਰਦਾ। ਤਾਂ ਭਾਰਤ ਦਾ ਜੀ ਇੱਕੋ ਇੱਕ ਰਾਜ ਹੈ ਗੋਆ, ਜਿਹੜਾ ਕਿ ਪਨ ਬਿਜਲੀ ਉਤਪਾਦਨ ਨਹੀਂ ਕਰਦਾ। ਅਗਲਾ ਪੁਆਇੰਟ ਜੀ, ਭਾਰਤ
ਭਾਰਤ ਦੀਆਂ ਉਹ ਨਦੀਆਂ ਜਿਨ੍ਹਾਂ ਦਾ ਜਨਮ ਸਥਲ ਭਾਰਤ ਵਿੱਚ ਨਹੀਂ ਹੈ। ਹਾਂਜੀ, ਭਾਰਤ ਦੀਆਂ ਉਹ ਨਦੀਆਂ ਕਿਹੜੀਆਂ ਨੇ ਜਿਨ੍ਹਾਂ ਦਾ ਜਨਮ ਸਥਲ ਭਾਰਤ ਵਿੱਚ ਨਹੀਂ ਹੈ, ਤੇ ਉਹ ਹੈਗੇ ਜੀ ਕੋਸੀ, ਸਿੰਧ, ਸਤਲੁਜ ਤੇ ਬ੍ਰਹਮਪੁੱਤਰ। ਇਹਨਾਂ ਦਾ ਨਿਰਮਾਣ ਜਿਹੜਾ ਕਿੱਥੇ ਹੋਇਆ ਸੀ, ਉਹ ਹੋਇਆ ਸੀ ਤਿੱਬਤ ਦੇ ਵਿੱਚ। ਹਾਂਜੀ, ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ 'ਚ ਜੇ ਕੋਈ ਪ੍ਰੋਬਲਮ ਆ ਜਾਂ ਕੋਈ ਕੁਐਸਚਨ ਮਿਸ ਹੋ ਗਿਆ ਹੈ ਤਾਂ ਪਲੀਜ਼ ਉਹ ਜ਼ਰੂਰ ਦੱਸਿਓ। ਧੰਨਵਾਦ ਜੀ।